जी मोदी सरकार ने किसानों ਲਈ बहुत बड़ा ਅੱਜ ਜਿਹੜਾ ਧੋਖਾ ਕੀਤਾ ਕਿਸਾਨਾਂ ਨਾਲ। ਸਾਨੂੰ ਅਸੀਂ ਇੱਥੇ ਤਾਂ ਆਏ, ਅਸੀਂ ਵੈਲ ਐਜੂਕੇਟਡ ਆ, ਸਾਡੇ ਬਜ਼ੁਰਗਾਂ ਦਾ ਅਸੀਂ ਸਾਥ ਦੇ ਰਾਂਗੇ। ਮੋਦੀ ਸਰਕਾਰ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਨੂੰ ਫਿਰਦੀ ਹੈਗੀ। ਤੋਂ ਅਸੀਂ ਜਿੱਥੇ ਤੱਕ ਵੀ ਹੋਇਆ ਅਸੀਂ ਸੰਘਰਸ਼ ਨੂੰ ਨਾਲ ਚੱਲਾਂਗੇ ਸਾਡੇ ਬਜ਼ੁਰਗਾਂ ਦੇ ਤੇ ਇਹ ਨਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਪਿੰਡ ਜਾਵਾਂਗੇ। कि अपने इंडिया में हालात जो किसानों के साथ जो गलत किया जा रहा है, जो बिल या ये जो ऑर्डिनेंस बनाया है ये गलत है और सब किसान बढ़ चढ़ के सपोर्ट कर रहे हैं, इसमें हिस्सा ले रहे हैं। तो मुझे भी लगा मैं एक किसान पुत्र हूँ, मैं किसान बैकग्राउंड से हूँ, तो मैं भी इसका हिस्सा बनूँ। बहुत जी जिन्नी नौजवानी मेरे हिसाब नाल तो घट्टो घट भी 75-80% ਜਿਹੜੀ ਨੌਜਵਾਨੀ ਹੈ ਜਿਹੜੀ ਸਾਰੇ ਸਾਡੇ ਆਏ ਆ, ਅਸੀਂ ਹਮ ਹਮਾ ਕੇ ਆਏ ਆ, ਜੋਸ਼ ਨਾਲ ਆਏ। ਉਹ ਅਸੀਂ ਰੋਕ ਕੇ ਰੱਖੇ ਪਏ ਆ ਵੀ ਅਸੀਂ ਅਜੇ ਮੂਰੇ ਅਸੀਂ ਆ ਹੈ, ਸਾਨੂੰ ਕੋਈ ਸਰੀਰ ਦੀ ਲੋੜ ਨਹੀਂ। ਇਦੋਂ ਬਾਅਦ ਅਸੀਂ ਨਿਬੇੜੇ ਕਿਤੇ ਆ। ਨੌਜਵਾਨਾਂ ਨੂੰ ਮਤਲਬ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਬਦਨਾਮ ਕਰਨ ਦੀ। ਕੋਈ ਕਦੇ ਤਾਂ ਕਹਿੰਦੇ ਨੇ ਇਹ ਨਸ਼ੇੜੀ ਨਾ, ਕਦੇ ਕੋਈ ਤੂੰ ਚਲਾਉਂਦੇ ਨੇ, ਕਦੇ ਕੋਈ ਤੂੰ ਚਲਾਉਂਦੇ ਨੇ। ਪਰ ਸਾਡਾ ਪੰਜਾਬ ਦਾ ਨੌਜਵਾਨ ਪਹਿਲੇ ਨੰਬਰ ਤੇ ਹੈ। ਅਸੀਂ ਨਿੰਦੇ ਕਿਸੇ ਨੂੰ ਵੀ ਨਹੀਂ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਉਹ ਗੁਜਰਾਤ ਦੇ ਹੋਣ, ਬਿਹਾਰ ਦੇ ਹੋਣ, ਤੇ ਪਰ ਸਾਡਾ ਜਿਹੜਾ ਨੌਜਵਾਨ ਹੈ ਇਹ ਪਿੱਛੇ ਹਟਣ ਵਾਲਾ ਨਹੀਂ। ਇਹ ਬਹੁਤ ਘਟੀਆ ਇਨਸਾਨ ਹੈ। ਅਬਾਨੀ, ਡਾਨੀ, ਟਾਟਾ ਇਹਨਾਂ ਲੋਕਾਂ ਨੂੰ ਬਲੈਕਮੇਲ ਕਰਕੇ ਵੋਟਾਂ ਲੈਂਦੇ ਨੇ, ਉਸ ਤੋਂ ਬਾਅਦ ਲੋਕਾਂ ਤੇ ਇਹ ਲਾਠੀ ਚਾਰਜ ਕਰਦੇ ਨੇ, ਲੋਕਾਂ ਨਾਲ ਦਗਾ ਕਮਾਉਂਦੇ ਨੇ। ਅਸੀਂ ਉਨਾ ਚਿਰ ਨਹੀਂ ਜਾਂਦੇ ਜਿੰਨਾ ਚਿਰ ਕਾਨੂੰਨ ਜਮਾ ਬਿਲਕੁਲ ਰੱਦ ਨਹੀਂ ਕਰਦੇ, ਕਿਉਂਕਿ ਅਸੀਂ ਆਪਦਾ ਪ੍ਰਬੰਧ ਰਾਸ਼ਨ पानी सारा कुछ लेके आए हैं। लगातार अनिश्चित समय लिए रहेंगे। अच्छा, 20 तारीख को जब किसान संगठनों की कॉल थी, उसी दिन से हमने किसानों के इस धरने में शामिल हुए। हमको रोहद टोल जो इसके यहाँ से पहला बैरिकेड था वहाँ से उठा लिया गया, गिरफ्तार किया गया और उसके बाद शाम को हमें छोड़ा गया। तो उसके बाद अगले दिन सुबह हम फिर पता चला कि पीछे से किसानों की जत्थेबंदी आ रही हैं। हम उस जत्थेबंदी में शामिल हुए और उस बैरिकेड को तोड़ते हुए हम यहाँ पहुँचे और सुबह आकर इस टिकरी बॉर्डर का एक बैरिकेड का पहला बैरिकेड भी हमने तोड़ा। उसके बाद किसानों की सामूहिक वार्ता के बाद हमने यहाँ ही बैठने का फैसला लिया और उस दिन से हम यहीं हैं। ਤੁਸੀਂ ਅੱਜ ਲਾ ਲਓ ਪੰਜਾਬ, ਇੱਥੇ ਇੱਕ ਪੰਜਾਬ ਬਣਿਆ ਖੜਿਆ ਏ ਦਿੱਲੀ ਦੇ ਜਿਹੜਾ ਇਹ ਬਾਰਡਰ ਆਪਣਾ ਬਹਾਦਰਗੜ੍ਹ ਲਾ ਲਓ, ਜਿਹੜਾ ਬਾਰਡਰ ਤੇ ਇੱਥੇ ਪੰਜਾਬ ਬਣਿਆ ਖੜਿਆ। ਕੀ ਲੋੜ ਪੈ ਗਈ ਸੀ ਪੰਜਾਬ ਦੇ ਲੋਕਾਂ ਨੇ ਇੱਥੇ ਆਉਣ ਦੀ? ਆਪਣੇ ਟਰੈਕਟਰ ਟੈਲੀ ਨਾਲ ਤੇਲ ਫੂਕ ਕੇ ਉਹ ਖੜੇ ਹੋ ਨਹੀਂ, ਆਪਣੇ ਵਾਅਦਾ ਨਹੀਂ ਪੂਰਾ ਕੀਤਾ ਉਹਨਾਂ ਨੇ। ਤੁਸੀਂ 500 ਰੁਪਇਆ ਆਪਣੇ ਖਾਤੇ 'ਚ ਪਾ ਦਿਓ, ਉਹਨਾਂ ਨੂੰ 500 ਨਾਲ ਦੱਸੋ ਕੀ ਬਣਦਾ ਅੱਜ ਕੱਲ੍ਹ? ਠੀਕ ਹੈ ਕਿ ਨਹੀਂ? ਉਹ ਆਪਣਾ ਵਾਅਦੇ ਨਾਲ ਕਦੇ ਖਰੇ ਨਹੀਂ ਉਤਰੇ। ਉਹ ਕਹਿੰਦੇ ਪਹਿਲਾਂ ਉਹ ਆਪਣੇ ਜਦੋਂ ਆਏ ਸੀਗੇ ਕਹਿੰਦੇ 15 ਲੱਖ ਇੱਕ ਜਿਹੜਾ ਹਿੰਦੁਸਤਾਨੀ ਆ ਉਹਦੇ ਖਾਤੇ ਵਿੱਚ ਪਾਵਾਂਗੇ, ਉਹ ਵਾਅਦਾ ਨਹੀਂ ਪੂਰਾ ਕੀਤਾ। ਉਦੋਂ ਬਾਅਦ ਆਪਣਾ ਇਹ GST ਕੀਤਾ, ਉਦੋਂ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਨੋਟਬੰਦੀ ਕੀਤੀ, ਉਦੋਂ ਭੱਠਾ ਵਟਾ ਦਿੱਤਾ। ਇਹ ਤੀਜਾ ਜਿਹੜਾ ਸਵਾਮੀਨਾਥਨ ਲਾਗੂ ਨਹੀਂ ਕੀਤਾ ਔਰ ਉੱਤੋਂ MSP ਹਟਾ ਦਿੱਤੀ ਇਹਨਾਂ ਨੇ। ਮੈਂ ਇੱਥੇ ਪਹੁੰਚਿਆ ਜੀ ਸਾਡੇ ਬਜ਼ੁਰਗਾਂ ਲਈ। ਮੇਰੇ ਪਿਓ ਦਾਦੇ ਜਿਹੜੇ ਜੀ ਇਹ ਹੱਕ ਦੀ ਲੜਾਈ ਲੜ ਰਹੇ ਆ, ਆਪਦੇ ਹੱਕਾਂ ਲਈ ਲੜ ਲਏ, ਤੇ ਮੈਂ ਉਹਨਾਂ ਲਈ ਆਇਆ ਇੱਥੇ ਤੇ ਅਸੀਂ ਅੱਗੇ ਵੀ ਲੜਦੇ ਰਵਾਂਗੇ। ਇਸ ਅੰਦੋਲਨ ਦੇ ਵਿੱਚ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਨੌਜਵਾਨ ਬਹੁਤ ਵਧੀਆ ਤਰੀਕੇ ਨਾਲ ਜੁੜ ਰਹੇ ਆ ਤੇ ਮੈਨੂੰ ਲੱਗ ਰਿਹਾ ਕਿ ਅੱਜ ਤੱਕ ਇੰਨਾ ਯੋਗਦਾਨ ਪਹਿਲਾਂ ਨਹੀਂ ਹੋਇਆ ਕਦੇ ਵੀ ਆਪਣੇ ਯੰਗਸਟਰ ਯੂਥ ਦਾ। ਇੰਨਾ बढ़ चढ़ के आगे कदे हिस्सा नहीं लेता गया जिन्ना इस बार। इस एक्ट के अंदर जो एसेंशियल कमोडिटी एक्ट है, भले ही हम खेती ना करते हो सीधे तौर पर, लेकिन हम खाने पीने की चीज़ें समाज से और दुकानों से खरीदते हैं जिसको किसान पैदा करता है, तो उसका प्रभाव सीधे तौर पर हमारे परिवार की, हमारे घर की रसोई के ऊपर और हमारे रोटियों के ऊपर, हमारे रोटी सब्जी के ऊपर पड़ेगा सीधे तौर पर उसका। ਇਹ ਜੀ ਜਿਹਦੇ ਕੋਲ ਇੱਕ ਕਨਾਲ ਹੈ ਉਹਨੂੰ ਵੀ ਮਾਰੂਗੀ, ਜਿਹਦੇ ਕੋਲ 500 ਕਿੱਲੇ ਉਹਨੂੰ ਵੀ ਮਾਰੂਗੀ। ਇਹਨੇ ਇਫੈਕਟ ਕਰਨਾ ਆਪਦੀ ਕੁਆਂਟੀਟੀ ਤੇ। ਜਿਹੜਾ ਵੱਡਾ ਉਹ ਜ਼ਿਆਦਾ ਚ ਮਰੂਗਾ, ਜਿਹੜਾ ਛੋਟਾ ਉਹ ਛੋਟੇ ਚ ਮਰੂਗਾ। ਹਰਿਆਣਾ ਸਰਕਾਰ ਨੇ ਦੇਖੋ ਜੀ ਅਸੀਂ 9 ਨਾਕੇ ਭੰਨ ਕੇ ਆਏ ਹਾਂ। 9 ਨਾਕੇ ਭੰਨਣ ਦੇ ਬਾਵਜੂਦ ਵੀ ਇੱਕ ਸਾਡਾ ਨੌਜਵਾਨ ਧੰਨਾ ਸਿੰਘ ਸ਼ਹੀਦ ਵੀ ਹੋਇਆਗਾ। ਅਸੀਂ ਪ੍ਰਯੋਗ ਇਹਦੀ ਨਿੰਦਾ ਕਰਦੇ ਹਾਂ ਵੀ ਜੋ ਖੱਟੜ ਸਰਕਾਰ ਹੈ ਇਹ BJP ਦੇ ਮਤਲਬ ਕਠਪੂਤਲੀ ਬਣੀ ਵੀ ਹੈ। ਇਹਦਾ ਹਰਿਆਣੇ ਨੇ ਵੀ ਵਿਰੋਧ ਕੀਤਾ ਹੈ, ਸਮੁੱਚੇ ਭਾਰਤ ਵਿਰੋਧ ਕਰ ਰਹੇ ਦਾ ਵੀ ਮਤਲਬ ਜਿਹੜਾ ਇਹ ਖੱਟੜ ਸਰਕਾਰ ਨੇ ਨਾਕਾਬੰਦੀ ਕੀਤੀ ਸੀ ये मतलब मोदी सरकार की कठपुतली। देखिए ऐसा नहीं है कि एक खाने पीने का सामान खत्म हो जाए तब चला जाएगा। अनाज किसान पैदा करता, अगर किसान को अनाज की कमी होगी तो आम ही बात है, ये मतलब एक्सेप्ट हो ही नहीं सकता इस सोसाइटी के अंदर, क्योंकि जो पैदा करा उसके पास अनाज की कमी नहीं हो सकती। अनाज की कमी उसके पास होगी जो खरीदता है। ये खुद पैदा कर रहे हैं, इनके पास अनाज की कमी नहीं होगी, क्योंकि जब ये आए हैं यहाँ पहले पैदा करके आए हैं, ये बो के आए हैं और पानी दे के आए हैं अपनी ज़मीन के अंदर। दूसरी बुआई है वो जाके करेंगे ये, और उससे पहले अपनी लड़ाई लड़के जाएंगे ये लोग। कि जो BJP, जो RSS के जो लोग पहले जाति धर्म के लोग, जाति धर्म के नाम पर जो बढ़ाते थे लोगों को, जैसे NRC का प्रोटेस्ट वगैरह देख लो, या फिर गुजरात के
ये देख लो, अब लोग उन चीज़ों से दूर हो चुके हैं, क्योंकि जब ये किसान आंदोलन को देखते हैं, ये किसान आंदोलन नहीं बल्कि एक जन आंदोलन है, क्योंकि इसके अंदर छात्र भी शामिल है, मजदूर भी शामिल है, महिलाएं भी शामिल है और किसान भी शामिल है। और इनकी जब ये प्रेस कॉन्फ्रेंस हुई है, जो डिमांड को हम देख रहे हैं, इसमें सिर्फ किसानों की डिमांड नहीं है, इसमें हर तबके की डिमांड को शामिल किया गया है। क्योंकि जो भी किसानों के ऊपर, आदिवासियों के ऊपर या मजदूरों के ऊपर जो भी लिखता है, जो अरेस्ट किए जाते हैं, राजनीतिक बंदी जिनको कहा जाता है, उनको रिहाई करने की डिमांड भी इसके अंदर शामिल की गई है। और जो बिजली एक्ट है वो हर एक मतलब हर तबके के ऊपर इफेक्ट डालता है, उसको डिमांड के अंदर शामिल किया गया कि जो बिजली एक्ट है उसको रद्द किया जाए। संविधान में सभी के लिए समान राइट है, वो चाहे देश का प्रधानमंत्री है, चाहे देश का कोई मजदूर है, हाशिए का कोई भी व्यक्ति है, सभी के लिए एक जैसे कानून है। जब एनआरसी सीए के प्रोटेस्ट में जब प्रोटेस्टर्स को के नाम पर उन्होंने संपत्ति जब्त करने के जो संपत्ति जब्त की गई, उनको सरकार ने बोला कि उन्होंने सरकारी संपत्ति को नुकसान पहुंचाया है, उनकी संपत्ति जब्त की जाएगी। लेकिन अब तो सरकारी संपत्ति को खुद सरकार ने नुकसान पहुंचाया है। उन्होंने सड़कें खोदी हैं, टीयर गैस फेंकी लोगों के ऊपर, इतना नुकसान किया है, तो उसका हर्जाना कौन भरेगा, ये हमारा सवाल है। और पुलिस, फौज, आर्मी हमेशा से ही पुलिस जो सत्ता है, सरकार है, उसकी दलाली करती है और उसी के नक्शे कदम पर, उसी की बातों के अनुसार चलती हैं। आम जनता के खिलाफ ही हमेशा वो रही हैं। मेरे से एक बात ही बता दे कोई नेता बैठ के, इतने नेता है, अगर आपने सब्सिडी 100 रुपया डालनी है तो हमारे आधार कार्ड भी लोगे, पैन कार्ड भी लोगे और हर एक तरह का प्रूफ, खाता नंबर भी लोगे। और हमने फसल बेचनी है तो सिर्फ एक पैन कार्ड दिखाएगा अगला, पैन कार्ड दिखा के वो लूट के ले गया करोड़ रुपया, हम कहाँ से पकड़ेंगे उसे? और उसका नितारा कौन करेगा? एसडीएम हमारी नहीं सुनेगा गरीब की, जिसने 4 लाख रुपए में फसल दी है, वो करोड़पति की सुनेगा, क्योंकि वहाँ से कुछ ना कुछ मिलने वाला है। इन 3 काले कानूनों को लेकर आज सर्दी में मतलब रात को ठंड में भी मतलब जो उन्हें सड़कों पर बैठा है अपनी मांग मनवाने के लिए, लेकिन मोदी सरकार बिल्कुल बेशर्म हो चुकी है। किसानों की तरफ कोई उसका ध्यान नहीं है। किसान के पास जमीन नहीं बचेगी, खेत नहीं बचेगा, तो ये रोटी कहाँ से खाएंगे? हरियाणा सरकार ने बहुत पाबंदियां लाइया सी, ਜਿਹੜਾ ਅਸੀਂ ਇਧਰੋਂ ਰੋਹਤਕ ਤੋਂ ਆਏ ਆ ਭਾਦਰਗੜ੍ਹ ਨੂੰ, ਉਹਦੇ ਕਹਿੰਦੇ ਟਿੱਪਰ ਭਰ ਕੇ ਮਿੱਟੀ ਲਾਹਦੀ ਸੀਗੀ, ਪਰ ਅਸੀਂ ਸਭ ਤੋਂ ਮੂਹਰੇ ਸੀਗੇ, ਕਈਆਂ ਨਾਲ ਪੱਧਰ ਕਰਕੇ ਤੇ ਟਰੈਕਟਰ ਕਿੱਥੇ ਖੜਦੇ ਮਿੱਟੀਆਂ ਦੇ ਵਿੱਚੋਂ। ਇਹਨੇ ਬਹੁਤ ਧੱਕੇ ਕੀਤੇ ਸਾਡੇ ਨਾਲ, ਸਾਡੇ ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਡੰਡੇ ਵੀ ਮਾਰੇ ਆ। ਬੀਜੇਪੀ ਲਈ ਬਹੁਤ ਮਾੜੇ ਦਿਨ ਆ ਗਏ, ਸ਼ੁਰੂਆਤ ਹੋਈ ਆ ਹਰਿਆਣੇ ਤੋਂ ਤੇ ਗਾਂ ਹੁਣ ਦਿੱਲੀ ਅਸੀਂ ਆ ਗਏ ਮੋਦੀ ਕੋਲੇ, ਹਾਲਾਤ ਦੀ ਮੋਦੀ ਵੀ ਮੜੇ ਆ। ਮੋਦੀ ਸਾਨੂੰ ਭੁੱਖੇ ਮਾਰ ਕੇ ਅਸੀਂ ਚਾਪ ਤਾਂ ਬੈਠਾ ਹੈ, ਪਰ ਇਹ ਜਿਹੜੇ ਕਾਨੂੰਨ ਆ ਪਰ ਇਹ ਅਸੀਂ ਰੱਦ ਕਰਾਏ ਬਿਨਾਂ ਅਸੀਂ ਇੱਥੋਂ ਹਿੱਲਣਾ ਨਹੀਂ ਆ। ਜਿਹੜਾ ਅਸੀਂ ਇਹ ਬੈਠੇ ਇੱਥੇ ਪੱਕੇ ਮੋਰਚੇ ਲੱਗੇ ਆ, ਜੱਟ ਸਿੱਖ ਸਾਰੇ ਸਾਡੇ ਭਰਾ ਹੋਰ ਵੀ ਸਾਡੇ ਨਾਲ ਜਿਹੜੀਆਂ ਯੂਨੀਅਨਾਂ ਆਈਆਂ ਸਾਡਾ ਇਹੀ ਇੱਥੇ ਟੀਚਾ ਇਹੀ ਆ ਸਾਡਾ ਮੇਨ ਕਿ ਅਸੀਂ ਇੱਥੇ ਇਹ ਜਿਹੜੇ ਕਾਨੂੰਨ ਆ, ਕਾਲੇ ਕਾਨੂੰਨ ਆ ਸਾਡੇ ਭਾਦਾ ਤਾਂ ਇਹ ਅਸੀਂ ਰੱਦ ਕਰਾ ਕੇ ਮੁੜਨਾ ਹੈ। भाई 2 महीने तक तो लोगों को जागृत करते रहे हैं भी भाई चलो अपनी जमीन खोने ने। 2 महीने तो बाद 2.5 महीने असी धरने से रेलवे ट्रैक से रिलायंस पंप टूल प्लाजे सारे असी रोके हुए हैं। हम भी वापस साढ़े मगर बंदे बैठे ने, सारे के कब्जे कोई नहीं बंद ने सारे। उस तो बाद असी हुण मोदी का ख्याल ये सी भी ये तो इतने रौला पाई जाते किहड़ियां ट्रालियां लैके जाणगे दिल्ली। हुण पता लग्या उन्होंने भी जो दिल्ली ट्रालियां बहुत ज़्यादा आ रही ने, फिर पता लग्या हुण भाई असी जो 3 काले कानून ने वापस करवा के रद्द करा के जावांगे। इस किसान आंदोलन के अंदर जब से पहले पंजाब के लोग आ रहे थे, इसमें अब हरियाणा के लोगों ने जब से शुरू किया है, तो ये मेरी गोयत खाप है। जैसे मेरा सरनेम गोयत है, तो जितने भी गोयत हैं हरियाणा में, जितने भी गोयतों के गांव में, सब एक जगह इकट्ठे हुए हैं। तो जैसे जत्था बोलते हैं, खाप बोलते हैं, तो वो लोग इकट्ठे हुए हैं और यहाँ पे किसान आंदोलन को सपोर्ट करने के लिए आए हैं। वाह जी वाह, ये तो बहुत ही बढ़िया। उनको राजस्थान का किसान नहीं दिखता, यूपी का नहीं दिखता, पंजाब का ही क्यों दिखता है? अब मैं हरियाणा का हूँ, मेरे को वोट लगाना पड़ा इस खट्टर सरकार के राज में कि मैं हरियाणा का हूँ। ये इन्होंने कर दी, क्योंकि बांटना जानते हैं, बांटो और राज करो। किसी को मुसलमान बना दिया, किसी को हिंदू बना दिया, किसी को सिख बना दिया, किसी को आतंकवादी बना दिया। भारत बंद का जो नारा दिया है, जो भारत बंद करना चाहते हैं किसान, वो बिल्कुल सही किया है, ताकि जो किसानों की आवाज़ है सरकार तक पहुंच सके, मोदी सरकार तक पहुंच सके। ਜਿਹੜੇ ਜੀ ਇਹ ਮੋਦੀ ਨੇ ਕਾਲੇ ਕਾਨੂੰਨ ਪਾਸ ਕੀਤੇ ਆ ਉਹ ਰੱਦ ਕਰੇ, ਉਹਨਾਂ ਚਿਰ ਅਸੀਂ ਐਵੇਂ ਧਰਨੇ ਲਾਵਾਂਗੇ, ਐਵੇਂ ਪੰਜਾਬ ਜਿੰਨਾ ਵੱਧ ਤੋਂ ਵੱਧ ਸਾਡੇ ਤੋਂ ਪ੍ਰੈਸ਼ਰ ਪਾਇਆ ਗਿਆ ਅਸੀਂ ਪ੍ਰੈਸ਼ਰ ਪਾਵਾਂਗੇ, ਉਹ ਕਾਲੇ ਕਾਨੂੰਨ ਵਾਪਸ ਲਵੇ। ਇਹ ਨੌਬਤ ਆਇਆ ਜੀ ਸਾਨੂੰ ਨਾ 3 ਮਹੀਨੇ ਹੋ ਗਏ ਪਹਿਲਾਂ ਤਾਂ ਧਰਨੇ ਤੇ ਬੈਠਿਆਂ ਨੂੰ, ਪ੍ਰੋਟੈਸਟ ਕਰਦਿਆਂ ਨੂੰ, ਪਰ ਇਹ ਮੋਦੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ
ਤਰ੍ਹਾਂ ਦੀ ਕੋਈ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਸ ਕਰਕੇ ਅਸੀਂ ਪੂਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੋਇਆ। ਬਹੁਤ ਵੱਡਾ ਸਮਰਥਨ ਮਿਲ ਰਿਹਾ ਹਰ ਇੱਕ ਜਥੇਬੰਦੀ ਵੱਲੋਂ, ਹਰ ਇੱਕ ਸਾਨੂੰ ਪਾਰਟੀ ਵੱਲੋਂ, ਹਰ ਇੱਕ ਇਕਾਈ ਵੱਲੋਂ ਬਹੁਤ ਸਮਰਥਨ ਮਿਲ ਰਿਹਾ। ਮੈਨੂੰ ਲੱਗਦਾ ਰੱਬ ਮਿਹਰ ਕਰੂ, ਪੂਰਾ ਸਮਰਥਨ ਦੇ ਵਿੱਚ ਭਾਰਤ ਬੰਦ ਕੀਤਾ ਜਾਊਗਾ। ਉਹ ਇਹਨਾਂ ਨੇ ਮਤਲਬ ਜੇ ਕਾਨੂੰਨ ਨੂੰ ਵਾਪਸ ਲੈ ਲਾਂਦੇ ਤਾਂ ਨਹੀਂ ਵਾਪਸ ਆਉਂਦੀ ਤੀ, ਕਿਉਂ ਇਹਨਾਂ ਨੇ ਕਾਨੂੰਨ ਨੂੰ ਵਾਪਸ ਨਹੀਂ ਲੈਤਾ, ਇਸ ਕਰਕੇ ਆ ਗਈ ਨੌਬਤ। ਵੀ ਇਹਨਾਂ ਨੇ ਜਿਹੜੀ ਆਪਣੀ 5 ਤਰੀਕ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਰਿਜ਼ਲਟ ਨਹੀਂ ਨਿਕਲਿਆ ਸੀਗਾ। ਉਹਨਾਂ ਨੇ ਆਪਣੀ ਜਿਹੜੀ ਸਰਕਾਰ, ਆਪਣੇ ਜਥੇਬੰਦੀਆਂ ਨੇ 31 ਜਥੇਬੰਦੀਆਂ ਹੋ ਗਿਆ, ਆਪਣੇ ਕਿਸਾਨ ਹੋ ਗਏ ਪੰਜਾਬ, ਹਰਿਆਣੇ ਦੇ, ਹਿਮਾਚਲ ਦੇ, ਰਾਜਸਥਾਨ ਤੱਕ ਦੇ, ਉਹਨਾਂ ਨੇ ਇੱਕ ਆਪਣਾ ਜੋਹਰ ਦਿਖਾਣਾ ਵੀ ਦੇਸ਼ ਸਾਡੇ ਨਾਲ ਆ, ਹਿੰਦੁਸਤਾਨ ਸਾਡੇ ਨਾਲ ਆ, ਖੜਿਆ ਮੋਢੇ ਨਾਲ ਮੋਢਾ ਲਾ ਕੇ ਕਿਸਾਨ ਦੇ ਨਾਲ ਖੜਿਆ। ਅੱਜ ਹਰੇਕ ਮਜ਼ਦੂਰ ਆ ਉਹ ਅੱਜ ਜਦੋਂ 8 ਤਰੀਕ ਨੂੰ ਭਾਰਤ ਬੰਦ ਹੋਊਗਾ ਤਾਂ ਸੈਂਟਰ ਸਰਕਾਰ ਨੂੰ ਇੱਕ ਆਦੇਸ਼ ਜਾਊਗਾ ਵੀ ਹਾਂ ਲੋਕ ਅੱਜ ਖੜੇ ਨੇ, ਜਿਹੜੇ ਪ੍ਰੋਟੈਸਟ ਹੋ ਰਹੇ ਨੇ ਸਹੀ ਤਰੀਕੇ ਨਾਲ ਨੇ। ਜਿਹੜੀ ਸੈਂਟਰ ਸਰਕਾਰ ਸਾਡੇ ਪ੍ਰੋਟੈਸਟ ਨੂੰ ਗਲਤ ਤਰੀਕੇ ਨਾਲ ਖਾਲਿਸਤਾਨ ਜਾਂ ਇੱਕ ਦੇਸ਼ ਵਿਰੋਧੀ ਕਿਸੇ ਵੀ ਤਰੀਕੇ ਨਾਲ ਪੇਸ਼ ਕਰਦੀ ਹੈ ਨਾ, ਜਿਹੜੀ ਗੋਦੀ ਮੀਡੀਆ ਉਹ ਬਦਨਾਮ ਕਰਦੀ ਆ, ਉਹਨਾਂ ਨਾਲ ਦੇਸ਼ ਜਦ ਖੜੂਗਾ ਆ ਕੇ ਫਿਰ ਉਹਨੂੰ ਪਤਾ ਲੱਗੂਗਾ ਵੀ ਹਾਂ ਇੱਥੇ ਲੋਕ ਨਾਲ ਖੜੇ ਨੇ। ਸਾਰਾ ਭਾਰਤ ਕਿਸਾਨਾਂ ਦੇ ਨਾਲ ਆ। ਇਹ ਮੋਦੀ ਜੋ ਹੈਗੀ ਹੈ ਗਲਤ ਨੀਤੀਆਂ, ਇਹਨਾਂ ਕਰਕੇ ਸਾਰਾ ਭਾਰਤ ਕਿਸਾਨਾਂ ਦੇ ਨਾਲ ਖੜਾ। ਇਹ ਬੰਦ ਦਾ ਪੂਰਾ ਸਹਿਯੋਗ ਮਿਲੂਗਾ ਭਾਰਤ 'ਚੋਂ, ਸਾਰੇ ਜਿੰਨੀ ਜਾਂ ਸਭ ਕਿਸਾਨਾਂ ਦੇ ਨਾਲ ਆ। ਉਹਦੀ ਨੌਬਤ ਇਸ ਕਰਕੇ ਆਈ, ਮੋਦੀ ਨੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਉਹ ਰੱਦ ਕਰੂਗਾ। ਇਸ ਕਰਕੇ ਉਹਨੇ ਰੱਦ ਨਹੀਂ ਕੀਤੇ, ਹਲੇ ਸਾਡੀ ਗੱਲ ਨਹੀਂ ਸੁਣੀ, ਇਸ ਕਰਕੇ ਸਾਨੂੰ ਇਹ ਬੰਦ ਦਾ ਸੱਦਾ ਦੇਣਾ ਪਿਆ। ਇਹਦੀ ਨੌਬਤ ਇਹ ਆਈ ਆ ਜੀ, ਜੋ ਮੋਦੀ ਡਿਕਟੇਟਰਸ਼ਿਪ ਬਣੀ ਬੈਠਾ ਹੈਗਾ, ਜੋ ਆਪਦੇ ਕਾਲੇ ਕਾਨੂੰਨ ਥੋਪਣ ਤੇ ਫਿਰਦਾ ਹੈਗਾ ਪੰਜਾਬੀਆਂ ਤੇ ਜਾਂ ਪੂਰੇ ਕਿਸਾਨਾਂ ਤੇ ਹਿੰਦੁਸਤਾਨ ਤੇ, ਉਹ ਅਸੀਂ ਉਹਦੇ ਲਈ ਬੈਠੇ ਆ। ਕਿਉਂਕਿ ਅਸੀਂ ਚਾਹੁੰਦੇ ਆ ਵੀ ਉਹ ਆਪਦਾ ਜਿਹੜਾ ਇਹ ਰਵੱਈਆ ਹੈਗਾ ਕਿਸਾਨਾਂ ਪ੍ਰਤੀ ਉਹ ਨਰਮ ਕਰੇ ਤੇ ਸਾਨੂੰ ਆਪਦੀਆਂ ਮੰਗਾਂ ਪੂਰੀਆਂ ਜਾਇਜ਼ ਨੇ ਉਹ ਮਨਵਾਏ ਸਾਡੀਆਂ। ਜੋ ਮਤਲਬ 8 ਤਰੀਕ ਦਾ ਸੱਦਾ ਹੈਗਾ, ਜੋ ਕਿ ਮੋਦੀ ਸਰਕਾਰ ਸਾਡੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਕੇ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਰਹੀ, ਉਹਦੇ ਤੇ ਸਾਡੇ ਆਗੂਆਂ ਨੇ ਇਹ ਸੰਦੇਸ਼ ਦਿੱਤਾ ਹੈ ਵੀ ਅਸੀਂ ਭਾਰਤ ਬੰਦ ਕਰਾਂਗੇ। ਭਾਰਤ ਬੰਦ ਸਾਡੇ ਕਿਸਾਨਾਂ ਦਾ ਭਾਰਤ ਬੰਦ ਨਹੀਂ, ਸਭ ਇਨਸਾਨਾਂ ਦਾ ਭਾਰਤ ਬੰਦ ਆ। ਜਿਹੜੇ ਕਿ ਇੱਕ ਕਿਸਾਨ ਰੋਟੀ ਪੈਦਾ ਕਰਦਾ, ਪਰ ਆਪਾਂ ਸਾਰਾ ਇੰਡੀਆ ਖਾਣਾ। ਇਹਦੇ ਵਿੱਚ ਫੁੱਲ ਸਹਿਯੋਗ ਆ ਜੀ, 101% ਸਹਿਯੋਗ ਆ ਸਾਨੂੰ ਪੂਰੇ ਇੰਡੀਆ ਦਾ। ਸਾਰਾ ਇੰਡੀਆ ਪੂਰਾ ਬੰਦ ਰਹੂਗਾ ਤੇ ਮੋਦੀ ਦੀਆਂ ਜੜ੍ਹਾਂ ਹਿਲਾ ਦੇਣੀਆਂ ਸੀ। ਹਿੱਲ ਗਈਆਂ ਜੜ੍ਹਾਂ ਹਿਲਾਉਣ ਦੀ, जो हिल गई वो। जब ये एक्ट बना भी नहीं था, ये बिल था और इसका ड्राफ्ट आया था तब तक लॉकडाउन के दौरान में, उस समय ही हमने इसको पढ़ा था अच्छे से, और पढ़ के इसका क्या सोसाइटी के ऊपर इम्पैक्ट पड़ेगा इसको लेके हमने हरियाणा के सोनीपत जिले के 50 गाँव के अंदर साइकिल यात्रा की थी, जिसमें हमने गाँव-गाँव जाकर लोगों को ये बताया था कि इन कानूनों का प्रभाव सीधे तौर पर आपकी जेब और आपकी रसोई के ऊपर पड़ेगा, आपके रोटी के ऊपर पड़ेगा। इसलिए जितना जल्दी हो सके इसके खिलाफ खड़ा होना हमें पड़ेगा। ये बात लेके लोगों के बीच हम गए थे, और पढ़े लिखे हैं हम, वो अनपढ़ समझते हैं, खुद अनपढ़ हैं, जिन्होंने उनको बताया है कि सरकार ने गड्ढे खोदना और रोकना टीयर गैसों से, ये जनता का सैलाब है, ऐसे रुकने वाला नहीं है टीयर गैसों से। ਇਹਦੀ ਬਹੁਤ ਧੱਕਾ ਕਰ ਰਹੇ, ਇਹਨੂੰ ਹਕਾਰ ਹੋ ਰਿਹਾ ਜੀ। ਇਹਨੇ ਕਿਸੇ ਨੂੰ ਨਹੀਂ ਪੁੱਛਿਆ, ਆਪਣੀ ਮਰਜ਼ੀ ਨਾਲ ਕਾਨੂੰਨ ਕਰੇ ਨੇ ਇਹਨੇ। ਇਹਦਾ ਕਾਨੂੰਨ ਨਹੀਂ ਚੱਲਣ ਦਿਆਂਗੇ। ਤਿੰਨੇ ਫੈਸਲੇ ਸਾਰੇ ਮਨਜ਼ੂਰ ਕਰਾ ਕੇ ਜਾਵਾਂਗੇ। ਅਸੀਂ ਨਹੀਂ ਜਾਂਦੇ। ਅਸੀਂ ਪਹਿਲੀ ਸਰਕਾਰ ਨੇ ਕੋਈ ਸਾਡੇ ਨਾਲ ਐਡਾ ਧੱਕਾ ਕਰਿਆ ਨਹੀਂ ਸੀ। ਪਹਿਲਾਂ ਸਾਨੂੰ ਮੋਦੀ ਸਾਹਿਬ ਠੀਕ ਲੱਗੇ ਵੀ ਠੀਕ ਨੇ, ਜਦੋਂ ਕੋਈ ਵੀ ਬੰਦਾ ਸ਼ਕਤੀ ਜਾ ਕੇ ਇਹਨੇ ਸਾਤੋਂ ਧੋਖੇ ਨਾਲ ਵੋਟਾਂ ਲੈ ਕੇ, ਜਦੋਂ ਹੁਣ ਸ਼ਕਤੀ ਵੱਧ ਹੋ ਗਈ ਇਹ ਉਦੋਂ ਸਾਡਾ ਨੁਕਸਾਨ ਕਰਨ ਲੱਗਿਆ। ਅਸੀਂ ਨੁਕਸਾਨ ਦੇ खिलाफ ਅਸੀਂ संघर्ष करने तैयार। मैंने भी बॉलीवुड में काम किया है, 1-2 मूवी मैंने भी की है, तो वहाँ पे 100 रुपये लेके वहाँ पे जो लोग पर्दे पे दिखाए जाते हैं, जो कैमरा में दिखाए जाते हैं, वो 100 रुपये वाले होते हैं। 100 नहीं, उनको 500 रुपये मिलते हैं। उनका आर्टिस्ट कार्ड बनता है, वो भीड़ दिखाते हैं। जितनी भी आप लोग भीड़ देखते हैं वो सब पेड भीड़ होती है। यहाँ पे एक भी पेड भीड़ नहीं है। यहाँ पे सब लोग अपना राशन लेके आए हैं, अपना हक के लिए लड़ने के लिए आए हैं। ਅਸੀਂ ਉਸ ਨੂੰ ਕੁਝ ਨਹੀਂ ਸਮਝਦੇ, ਉਹ ਸਾਡੇ ਵਾਸਤੇ ਕੁਝ ਨਹੀਂ, ਉਹ ਸਾਡੇ ਲਈ ਜ਼ੀਰੋ ਆ। ਅਸੀਂ ਜੋ ਉਹ ਸਾਡੀ ਆਪਦੀ ਉਹ ਦੱਸੇ ਵੀ ਹਿਸਟਰੀ ਦੱਸੇ ਵੀ ਕਿ ਦੂਜੇ ਉਹਦੀ ਹਿਸਟਰੀ ਕੀ ਆ, ਤੇ ਸਾਡੀ ਹਿਸਟਰੀ ਉਹ ਪੜ੍ਹ ਲਵੇ, ਕਿਤੋਂ ਵੀ ਮਰਜ਼ੀ ਪੜ੍ਹ ਸਕਦੀ ਉਹ ਸਾਡੀ ਹਿਸਟਰੀ, ਸਿੱਖ ਇਤਿਹਾਸ ਦੀ ਹਿਸਟਰੀ ਵੀ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਕੀ ਆ ਤੇ ਉਹ ਜਨਾਨੀ ਕੀ ਆ। ਅਸੀਂ ਉਹਨੂੰ ਕੁਝ ਨਹੀਂ ਸਮਝਦੇ, ਉਹ ਜ਼ੀਰੋ ਆ, ਸਾਡੇ ਲਈ ਜ਼ੀਰੋ ਆ। ਉਹ ਮੌਕੇ ਤੇ ਹੈਗੀ ਐਕਟਰ ਨਹੀਂ ਹੋਊਗੀ, ਆਪਦੀ
ਆਪਦੀ ਜ਼ਿੰਦਗੀ ਦੀ ਵਾਰੀ ਆਪਦੀ ਸਫਲਤਾ ਕਰਨ ਦੀ ਵਾਰੀ ਐਕਟਰ ਨਹੀਂ ਬਣੀ ਆ। ਅਸੀਂ ਉਸ ਨੂੰ ਕੁਝ ਨਹੀਂ ਸਮਝ ਰਹੇ। ਅਸੀਂ ਉਦੋਂ ਬਾਅਦ ਸਾਡੇ ਖੇਤਾਂ ਦਾ ਨਗਾਇਆ ਖਾਂਦੀ ਹੈ ਸਰਕਾਰ। ਦੇਖੋ ਜੀ, ਜਦੋਂ ਜਿਹੜੀ ਸੈਂਟਰ ਸਰਕਾਰ ਆ, ਮੋਦੀ ਸਰਕਾਰ ਆਪਣੀ ਇਲੈਕਸ਼ਨ ਚ ਆਈ ਆ, ਇਹਨੂੰ ਅਡਾਨੀ ਅੰਬਾਨੀ ਜਿਹੜੇ ਕਾਰਪੋਰੇਟ ਘਰਾਣੇ ਨੇ ਆਪਾਂ ਕਹਿ ਦਿੰਦੇ ਆ 802 ਕਰੋੜ ਰੁਪਇਆ ਦਿੱਤਾ ਸੀਗਾ ਇਹਨਾਂ ਪਾਰਟੀਆਂ ਨੂੰ, ਜਿਹਦੇ ਵਿੱਚੋਂ 700 ਕਰੋੜ ਰੁਪਇਆ ਇਕੱਲੀ ਬੀਜੇਪੀ ਨੂੰ ਮਿਲਿਆ ਏ। ਜੇ ਹੁਣ ਤੁਸੀਂ ਕਹਿ ਦੋ ਵੀ ਸਰਕਾਰ ਬੀਜੇਪੀ ਹੈ, ਬੀਜੇਪੀ ਦੀ ਨਹੀਂ, ਇਹ ਸਰਕਾਰ ਅਡਾਨੀ ਅੰਬਾਨੀ ਚਲਾ ਰਹੇ, ਕਾਰਪੋਰੇਟਰ ਚਲਾ ਰਹੇ ਨੇ। ਉਹ ਸਿਰਫ ਇੱਕ ਮੂੰਹ ਹੈ ਬੀਜੇਪੀ ਦਾ, ਲਾ ਲਓ। ਜਿਹੜੇ ਉਹ ਕਹਿੰਦੇ ਨੇ ਫੈਸਲੇ ਕਰਨੇ ਨੇ ਉਹ ਕਾਰਪੋਰੇਟਰ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਜਿਹੜਾ ਇਹ ਆਪਾਂ ਨੂੰ ਲਾ ਲਓ ਲਾਕਡਾਊਨ ਚ ਉਹਨਾਂ ਨੇ ਦੇਖਿਆ ਵੀ ਆਪਾਂ ਨੂੰ ਨਾ ਵਾਸ਼ਿੰਗ ਮਸ਼ੀਨਾਂ ਹੋਰ ਸਮਾਨ ਵੀ ਨਾ ਸਰ ਜੂਗਾ, ਕੱਪੜੇ ਮਤਲਬ ਸਾਰੀ ਚੀਜ਼ ਵੀ ਨਾ ਸਰ ਜੂਗਾ, ਪਰ ਇੱਕ ਖਾਣ ਵਾਸਤੇ ਜਿਹੜਾ ਆਪਣਾ ਅਨਾਜ ਆ ਨਾ ਉਹਦੇ ਵੀ ਨਹੀਂ ਸਰਨਾ। ਉਹਨਾਂ ਦੀ ਨਿਗਾਹ ਇਸ ਧਰਤੀ ਤੇ ਪੈ ਗਈ ਪੰਜਾਬ ਦੀ ਤੇ ਵੀ ਇਹ ਆਪਣੀ ਧਰਤੀ ਆਪਣੇ ਅੰਡਰ ਕਰੀਏ, ਇੱਥੇ ਜਿਹੜਾ ਕਣਕ ਅਨਾਜ ਹੁੰਦਾ ਫਿਰ ਇਹ ਲੋਕਾਂ ਨੂੰ ਆਪਾਂ ਮਤਲਬ ਉਹ ਬਣਾਵਾਂਗੇ। ਮੋਦੀ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ ਵੀ ਕਿਸਾਨ ਨੂੰ ਕਿਵੇਂ ਮਾਰੀਏ। ਇਹ ਤਿੰਨੋਂ ਜਿਹੜੇ ਬਿੱਲ ਨੇ ਇਹ ਕਿਸਾਨ ਮਾਰੂ ਨੀਤੀਆਂ ਦੇ ਅਕੋਰਡਿੰਗ ਇਹਨਾਂ ਨੇ ਬਣਾਏ ਹੈ, ਤੇ ਜੇ ਇਹ ਚੀਜ਼ਾਂ ਲਾਗੂ ਹੋ ਗਈਆਂ ਕਿਸਾਨਾਂ ਤੇ ਕਿਸਾਨ ਬਸ ਜੇ ਇਸ ਧਰਤੀ ਤੇ ਜਨਮ ਲਊਗਾ ਰੋਟੀ ਵੀ ਸ਼ਾਇਦ ਹੀ ਖਾ ਸਕੇ ਪੂਰੀ। ਇਹ ਅਡਾਨੀਆਂ ਤੇ ਅੰਬਾਨੀਆਂ ਦੀ ਮਦਦ ਕਰ ਰਿਹਾ, ਜੇ ਉਹ ਕੀ ਇਹਨਾਂ ਦੀ ਪਾਰਟੀ ਨੂੰ ਪਿੱਛੋਂ ਫੰਡਿੰਗ ਕਰ ਰਹੇ ਹੈ, ਤੇ ਇਹਦੀ ਅਸੀਂ ਜਦੋਂ ਤੱਕ ਵਿਰੋਧ ਕਰਾਂਗੇ ਜਦੋਂ तक ये वापस नहीं लूँगा। मोदी सरकार को पता ही नहीं है क्या खेत होता है, क्या ज़मीन होती है। उन्होंने अंबानी अडानी को उठा के दे दी है ज़मीन। उन्होंने क्या पता ज़मीन में क्या करते हैं किसान, क्या नहीं करते। किसानों की चीज़ है, किसान अपने आप करेंगे जो कुछ करेंगे। ये जो 3 काले कानून पास किए हैं, क्यों किए हैं? किसानों से पूछे उन्होंने, जिनकी चीज़ है उनसे तो पूछो। मोदी सरकार ने जिन्ना भी अजू पहला 6 साल से कुछ करेगा सारा किसान विरोधी करे। अज जेडे ये काले कानून लियाते ने, ये काले कानून इन्हें 3 घरां दा मतलब कठपुतली बन के रह गया, अबानी अडानी बिरले टाटियां दा। देखो सियाल का महीना, सियाल के महीने के विच बहुत जवाक नूं ठंड हो गई और कुछ हो गया, पर जवाकां दा ही मन्निया नहीं कोई साडी जमीन ना होर कोई चीज़ छड्ड नहीं रहा है। बड़े बड़े 60-60 80 किलियां दे बनाई जांदा बड़े स्टोर, ये मोदी दवाई जांदा भी ये बहुत साडे नाल धक्का जानी नजायज़ हो रहा, बहुत ज़्यादा उन्हां दी मदद करी जांदा। असीं तां उठे हाँ भी फिर जाके पंजाब ने तो मरे चंगे। अगर मोदी ने काले कानून बना दिए, हम रद्द कराने की मांग करते हैं, तो हम आतंकवादी भी हैं, हम खालिस्तानी भी हैं और हम पाकिस्तानी भी हैं। ये देख लो इनकी यही चाल है, जातिवाद में बांटो, धर्म के नाम से बांटो, मुसलमान को अड करो, हिंदू को अड करो। अब तो आपने देखा होगा खट्टर साहब का बयान, ये पंजाब के आए हुए हैं, पंजाब हमारा भाई नहीं था, बड़ा भाई हमारा पंजाब है। ये असी जो मोदी सानू जिहड़ी मोदी की सरकार है, जिहड़े किसानां नूं किरती लोकां नूं ਜਿਹੜੇ किसान हक लैण वास्ते आए ने दिल्ली, उन्होंने अतवादी कह के बुला रही है। असी शांतमई तरीके दे नाल मोदी की सरकार का ते मोदी साहब का विरोध कर रहे हैं कि असी अतवादी नहीं, असी किरती लोग जो सारे मुल्क के लिए किरत करते हैं तो सारे मुल्क का ढिड भरते हैं। सानू अन्नदाता कहा जाता, अतवादी नहीं। असी अतवादी नहीं हाँ, असी अन्नदाते हैं तो मुल्क का ढिड भरने वाले किरती किसान हाँ। अतवादी देखो इत्थे एडे देवते ने, मैं आप मनदा भी एक रब फिरदा साडे नाल, परमात्मा साडे नाल फिरदा। किन्ने किन्ने लोग फिरदे ने, एक तो ओए भी नहीं कहते दूने भाइयां वांगू रहने, हरियाणे दे ने चाहे पंजाब दे ने, बापू जी कह के मैंने चाह फड़ा के जाते। सेवा साडी बहुत ज़्यादा है। ये जो खालिस्तानी का जो नारा है भाई, ये मैं बोलता हूँ ये बहुत गलत है। ये एक लोगों को डाइवर्ट करने के लिए दिया गया है। इस चीज़ के बारे में जब मैं यूएसए में था जब ही बोलने लगे थे, क्योंकि कुछ मुस्लिम लोग हैं जो अपने हिंदू और सिखों को रोटी खिला रहे थे जब ये लोग पंजाब से चल के आ रहे थे। तो इसमें गलत क्या है? भाईचारा दिखाओ ना आप लोग। अगर मुस्लिम हिंदू या सिख को रोटी खिला रहे तो भाईचारा दिखाओ। हर टाइम हिंदू मुस्लिम को लड़ा क्यों रहे हो? जब हमारे कावड़ लेकर आते हैं, जब हरिद्वार से, जब यूपी के रास्ते से जब हिंदू लोग निकल के आते हैं तो उनको भी मुस्लिम रोटी खिलाते हैं, चाय पानी करते हैं, वो सेवा होती है। तो मुस्लिम सेवा कर रहे हैं तो आप लोगों ने उसको धर्म का नारा दे दिया, खालिस्तान का नारा दे दिया, ये गलत है। इसी तरह से जब हरियाणा के लोग यहाँ पे आने लगे तो बोल रहे हैं कि सिर्फ जाट आ रहे हैं, तो जातिवाद दिखा रहे हैं। तो इस सरकार का सिर्फ और सिर्फ मैं ये मानूंगा ये काम है, या तो धर्म में डाइवर्ट कर दो लोगों का दिमाग या जाति में डाइवर्ट कर दो। लेकिन ये हिंदू मुस्लिम सिख ईसाई सब किसानों का है, ये भाईचारा है, ये भाईचारा आंदोलन भी है। ये असी लिखा वी आर फार्मर नॉट टेररिस्ट। असी किसान हाँ, कोई अतवादी नहीं। असी अतवादी नहीं भी जेडे इत्थे आके बैठ गए किसी नाल
ਕੋਈ ਦੰਗੇ ਫਸਾਦ ਕਰਨ ਨਹੀਂ। ਅਸੀਂ ਕਿਸਾਨ ਆ, ਆਪਦੀ ਕਿਸਾਨੀ ਲਈ, ਆਪਦੇ ਹੱਕਾਂ ਲਈ, ਉਹਦੇ ਲਈ ਅਸੀਂ ਇੱਥੇ ਬੈਠੇ। तो जो किसान यहाँ पे आए हैं वो 6-6 महीने का 1-1 साल का राशन लेके आए हैं। अगर किसानों का दिमाग थोड़ा सा हिल गया तो पूरे देश में जो आप भी खाना खा रहे हो, जो कैमरामैन भी खाना खा रहा है, जितने भी लोग हैं, सब लोगों का अन्नदाता एक किसान ही है। अगर किसानों का दिमाग घूम गया, वो दूध देना बंद कर देंगे, दिल्ली में दूध नहीं मिलेगा, बॉम्बे में दूध नहीं मिलेगा, सब्जियां देना बंद कर देंगे, तो सरकार को मांगे माननी पड़ेंगी और गलत भी नहीं है। राशन तो ये भाजपा के नेता वालों को बता दो भी आप किसका खाते हो। राशन तो हम ही पैदा करने वाले, यार हमारा ही खत्म हो गया। हम तो कहते हैं वो 1 घंटा आए हमारे पास, उनको बादामों वाली खीर, क्या क्या चीज यहाँ यज्ञ चल रहे हैं, लस्सी मिलेगी, क्या क्या चीज नहीं, वो कोई चीज बता देगी हम बाजार से लाएंगे, सारा हमारे पास आएगा। हम जिम्मेदार हैं, खुद तैयार करते हैं और खुद का ही राशन मुका देंगे। मैं मोदी सरकार को यही मैसेज देना चाहूँगा कि ये जो ऑर्डिनेंस बनाया था इसकी ज़रूरत नहीं थी कोरोना को। पहले कोरोना को ठीक करना चाहिए था, एकदम से ऑर्डिनेंस लेके आ गए। कोई वर्ल्ड वार थोड़ी चल रहा है। तो किसान तो अन्नदाता है, उनके साथ गलत क्यों कर रहे हो? अगर आपको प्राइवेट सेक्टर करना है, आप रेलवे को प्राइवेट करने पे लगे हो, बहुत सारी चीज़ों को प्राइवेट करने पे लगे हो। अब आपने किसानों को प्राइवेट कर दिया, किसानों का मंडीकरण खत्म कर रहे हो। पहले नोटबंदी करी, किसी को समझ में नहीं आई, GST करी, किसी को समझ नहीं आई। अब किसान आंदोलन आप देख सकते हो, इनको समझ नहीं आ रही। ਚਾਹੇ 6 ਮਹੀਨੇ ਚੱਲੇ, ਚਾਹੇ ਸਾਲ ਚੱਲੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਇੱਥੇ ਬੈਠੇ ਆ, ਐਵੇਂ ਅੜੇ ਰਵਾਂਗੇ, ਐਵੇਂ ਬੈਠੇ ਰਵਾਂਗੇ। ਜਦੋਂ ਸਾਡੇ ਕਾਲੇ ਕਾਨੂੰਨ ਵਾਪਸ ਹੋ ਜਾਣਗੇ ਫਿਰ ਅਸੀਂ ਆਪਣੇ ਘਰ ਨੂੰ ਪਰਤ ਜਾਾਂਗੇ। ਸਾਨੂੰ ਤਾਂ ਆਈ ਹੈ ਵੀ ਜੇ ਤਾਂ ਇਹਨੇ ਕਾਨੂੰਨ ਵਾਪਸ ਲੈ ਲਏ ਤਾਂ ਅਸੀਂ ਘਰਾਂ ਨੂੰ ਜਾਵਾਂਗੇ, ਨਹੀਂ ਅਸੀਂ ਸਾਰਾ ਕਰਕੇ ਕਫਨ ਬੰਨ੍ਹ ਕੇ ਇੱਥੇ ਆ ਗਏ। ਕਾਨੂੰਨ ਫੈਸਲ ਵੇਖੋ ਜੀ, ਗੱਲ ਆਏ ਆ ਹੁਣ 1 ਸਾਲ ਸੰਭਾਲ ਲਿਆ, ਦੂਜੇ ਸਾਲ ਇਹਨਾਂ ਨੇ ਸਾਡੀਆਂ ਪੈਲੀਆਂ ਨੱਪ ਲੈਣੀਆਂ। 1 ਸਾਲ ਨਾ ਵੀ ਸੰਭਾਲਾਂਗੇ ਸਾਡਾ ਕੋਈ ਚੱਕਰ ਨਹੀਂ ਜੀ। 1 ਸਾਲ ਸੀਜ਼ਨ ਸਾਡੇ ਸਾਲ ਨਾ ਸੰਭਾਲਾਂਗੇ ਫਸਲ ਕੋਈ ਚੱਕਰ ਨਹੀਂ, ਪਰ ਆਉਣ ਵਾਲੀਆਂ ਨਸਲਾਂ ਨੂੰ ਘੱਟ ਤੋਂ ਘੱਟ ਮੂੰਹ ਦਿਖਾਉਣ ਜੋਗੇ ਹੋਵਾਂਗੇ। ਅਸੀਂ ਡਟ ਕੇ ਵਿਰੋਧ ਕੀਤਾ ਸੀ ਕਾਲੇ ਕਾਨੂੰਨਾਂ ਦਾ। ਇਹ ਜਿਹੜਾ ਚਮਚਾ ਬਣਿਆ ਮੋਦੀ ਇਹਨਾਂ ਦਾ, ਅੰਬਾਨੀਆਂ ਦਾ, ਅਡਾਨੀਆਂ ਦਾ, ਇਹਦਾ ਡਟ ਕੇ ਵਿਰੋਧ ਕੀਤਾ ਜਾਊ। ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦਾ, ਇਹ ਰੱਦ ਨਹੀਂ ਕਰਦੇ, ਉਹਨਾਂ ਚਿਰ 1 ਸਾਲ ਤੱਕ ਹੀ ਅਸੀਂ 3 ਫਸਲਾਂ ਵੀ ਬਰਬਾਦ ਕਰ ਸਕਦੇ ਹਾਂ। ਅਸੀਂ ਆਪਣੇ ਹੱਕਾਂ ਲਈ ਅੱਜ ਖੜੇ ਹਾਂ ਔਰ ਪੂਰਾ ਖੜਾਂਗੇ ਜਦੋਂ ਤੱਕ ਇਹ ਕਾਨੂੰਨ ਰੱਦ, ਜਿਹੜੇ ਆਪਣੇ ਕਾਨੂੰਨ ਨੇ ਰੱਦ ਨਹੀਂ ਹੁੰਦੇ ਨਾ, ਤਿੰਨੋਂ ਬਿੱਲ ਨਹੀਂ ਰੱਦ ਹੁੰਦੇ, ਉਦੋਂ ਤੱਕ ਸਾਡਾ ਧਰਨਾ ਜਾਰੀ ਰਹੂਗਾ। ਅਸੀਂ ਜੀ ਸਾਲ ਲੱਗ ਜੇ, 2 ਸਾਲ ਲੱਗ ਜਾਣ, 3 ਸਾਲ ਲੱਗ ਜਾਣ, ਰਾਸ਼ਨ ਸਾਡੇ ਕੋਲੇ ਆ, ਪ੍ਰਬੰਧ ਸਾਡੇ ਕੋਲੇ ਆ। ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਵਾਪਸ ਕਰਾ ਕੇ ਘਰੇ ਜਾਵਾਂਗੇ। ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਵਾਸਤੇ ਪੂਰੇ ਡਟੇ ਹੋਏ ਹੋ, ਪੂਰੇ ਹੌਸਲੇ ਬੁਲੰਦ ਆ। ਹਾਂ ਪੂਰੇ ਹੌਸਲੇ ਆ। ਮਸਾਲ ਲੱਗ ਜੇ ਘਰ-ਬਾਰ ਕੌਣ ਸਾਂਭੂਗਾ 1 ਸਾਲ? ਆਪੇ ਸਾਂਭੇ ਜਾਣਗੇ। ਹਾਂ ਸਾਡੀਆਂ ਆਪੇ ਮਾਲਕ ਕਿਰਪਾ ਕਰ ਘਰਾਂ ਚੋਂ ਬੱਚੇ ਛੱਡ ਕੇ ਆਏ ਹੋਏ ਆਪਦੇ ਨਿੱਕੇ ਨਿੱਕੇ ਘਰੇ ਆਪੇ ਸਰੀ ਜਾਂਦਾ। 7 दिन हो गए, 7 दिन और 7 दिन और रुकेंगे, 15 दिन मोदी को ला के छोड़ देंगे हम। जब तक हमारी मांगे पूरी नहीं होती हम यहाँ से चढ़ने वाले नहीं। ਅਸੀਂ ਸ਼ੁਰੂ ਤੋਂ ਹੀ ਪਹਿਲਾਂ ਵੀ 18 ਵਾਰ ਦਿੱਲੀ ਜਿੱਤੀ ਆ, ਅਸੀਂ ਆਪਦੇ ਹੱਕਾਂ ਲਈ ਜਿੱਤੀ ਆ ਪਹਿਲਾਂ ਵੀ ਤੇ ਅੱਗੇ ਵੀ ਜਿੱਤਾਂਗੇ। ਅਸੀਂ ਜੁਝਾਰੂ ਕਿਸਾਨ ਆ, ਕਿਸਾਨ ਹੋਣ ਦੇ ਨਾਤੇ ਸਾਨੂੰ ਆਪਦੇ ਹੱਕ ਲੈਣੇ ਵੀ ਆਉਂਦੇ ਆ। ਜੇ ਅਸੀਂ ਨਰਮ, ਇਹਦਾ ਮਤਲਬ ਇਹ ਨਹੀਂ ਕਿ ਵੀ ਅਸੀਂ ਆਪਦੇ ਹੱਕ ਨਹੀਂ ਲੈ ਸਕਦੇ। एक फायदा ये हो गया मैं मोदी जी, ये बात सुन लो मेरी, कि हमारा सारा भाईचारा एक हो चुका है, कोई पार्टीबाजी नहीं, कुछ नहीं है। सारा जो भी हिंदू मुस्लिम सिख ईसाई आज सभी यहाँ सेवा कर रहे हैं और सभी एकजुट हो चुके हैं। आप क्या सोच रहे थे इनको लड़ा के हम ऐसे कर देंगे? बिल्कुल नहीं होगा। जो लोग ये बोलते हैं हम जब कोई भी डिमांड करके अपनी मांग उठाते हैं, विरोध करते हैं, प्रोटेस्ट करते हैं, वो लोग बोलते हैं कि लोगों को किसी से कोई मतलब नहीं है, लोग मतलब कि स्वार्थी हो चुके हैं, लोग खड़े होने वाले नहीं हैं। उसने कुछ सभी बात के ऊपर पानी फेर दिया और हमारे लिए भी एक मतलब कि सेफ्टी वॉल का काम किया है कि लोग खड़े होते हैं, लोग लड़ते हैं और लोग तख्तों को पलट देते हैं। जब तक फैसला करता नहीं तिन्ने कानून वापस नहीं लेंदा ਸੀ नहीं ਜਾਂਦੇ। ਡੂ ਔਰ ਡਾਈ ਵਾਲੀ ਸਿਚੁਏਸ਼ਨ ਹੈ ਜੀ। ਜੇ ਪਿੰਡ ਜਾ ਵੜਾਂਗੇ ਤਾਂ ਵੀ ਮਰ ਗਏ, ਇੱਥੇ ਬੈਠੇ ਰਵਾਂਗੇ ਕੀ ਪਤਾ ਜਿੰਦੇ ਹੋ ਜਾਈਏ। ਪਿੰਡ ਜਾ ਕੇ ਮਰਨ ਵਾਲੇ ਕੰਮ ਪੱਕੇ ਹੈ ਜੀ। ਜਦੋਂ ਸਾਡੇ ਕੋਲ ਕੁਛ ਆਊਗਾ ਹੀ ਨਹੀਂ, ਮਿਹਨਤ ਦਾ ਫਲ, ਰੋਟੀ ਨਹੀਂ ਮਿਲੂਗੀ, ਪਿੰਡ ਜਾ ਕੇ ਕਰਾਂਗੇ ਕੀ? ਇਹਨਾਂ ਨੂੰ ਕਿਸਾਨ ਮੂੰਹ ਤੋੜਮਾ ਜਵਾਬ ਦੇਣਗੇ ਜਿੰਨਾ ਚਿਰ ਮੋਦੀ ਸਰਕਾਰ ਸਾਡੀਆਂ ਇਹ ਮਤਲਬ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ, ਉਹਨਾਂ ਚਿਰ ਸਿਰ ਧੜੀ ਦੀ ਬਾਜੀ ਲਾ ਕੇ ਇੱਥੇ ਬੈਠਾ। ਜੋ ਵੀ ਸੰਘਰਸ਼ ਕਰਨਾ ਪਿਆ, ਜਿੰਨੀਆਂ ਵੀ ਜਾਨਾਂ ਦੇਣੀਆਂ ਪਈਆਂ, ਜੋ ਸਰਕਾਰ ਸਾਡੇ ਨਾਲ ਧੱਕਾ ਕਰੇਗੀ ਅਸੀਂ ਸਹਿਣ ਨੂੰ ਤਿਆਰ ਹਾਂ। ਉਹਨੂੰ ਕਹੋ ਗੱਲ ਵੀ ਇਹ ਕਿਉਂ ਕਰਦਾ? ਸਾਡਾ ਬੰਦਾ ਇੱਕ ਕਿਸੇ ਨੂੰ ਗਾਲ ਨਹੀਂ ਕੱਢਦਾ, ਪ੍ਰੇਮ ਨਾਲ ਬੋਲਦੇ ਆ, ਬੜਾ ਤਿਉ ਕਰਦੇ ਆ। ਮੈਂ ਆਪ ਮੰਨਦਾ ਵੀ ਧੰਨ ਹੈ ਮਹਾਰਾਜ ਜਿਹੜਾ ਤੂੰ ਐਡੀ ਸਾਡੀ ਖਿਲਕਤ ਨੂੰ ਸਾਂਭੀ ਆਉਂਦਾ। ਇੱਕ ਘਰ ਨਹੀਂ ਸਾਂਭਿਆ ਜਾਂਦਾ ਕਿਸੇ ਤੋਂ, ਆਪਦੇ ਘਰੇ ਵੀ ਲੜਾਈ ਹੋ ਜਾਂਦੀ ਹੈ। ਇੱਥੇ ਕੋਈ ਗੱਲ ਨਹੀਂ, ਦੇਵਤਿਆਂ ਵਾਂਗੂ ਫਿਰਦੇ ਆ। ਅਗਲਾ ਪ੍ਰੋਗਰਾਮ ਤਾਂ ਕਿਸਾਨਾਂ ਦਾ ਇਹੀ ਹੋਊਗਾ ਜੀ
ਕਿ ਇੱਥੇ ਨਜ਼ਾਰੇ ਜੋ ਹੋ ਰਹੇ ਨੇ ਇਸ ਤੋਂ ਵੱਧ ਜਿਹੜੇ ਕਿਸਾਨ ਘਰੇ ਬੈਠੇ ਨੇ ਉਹ ਵੀ ਆ ਜਾਣਗੇ। ਜੋ ਹੋਰ ਸਟੇਜਾਂ ਦੇ ਕਿਸਾਨ ਹਾਲੇ ਨਹੀਂ ਪਹੁੰਚੇ ਤਾਂ ਉਹ ਵੀ ਆ ਜਾਣਗੇ, ਕਿਉਂਕਿ ਅਸੀਂ 26 ਤਰੀਕ ਨੂੰ ਇੱਥੇ ਆਏ ਸੀ। 26 ਤਰੀਕ ਤੋਂ ਬਾਅਦ ਸਾਡੇ ਨਾਲ ਪੂਰਾ ਭਰਮਾ ਹੰਗਾਰਾ ਦੇ ਰਹੇ ਨੇ ਸਾਨੂੰ। ਹਰਿਆਣੇ ਵਾਲੇ ਵੀ ਆ ਗਏ, ਰਾਜਸਥਾਨ ਵਾਲੇ ਵੀ ਆ ਗਏ, ਯੂਪੀ ਵਾਲੇ ਵੀ ਆ ਗਏ, MP ਵਾਲੇ ਵੀ ਆ ਗਏ, ਮਹਾਰਾਸ਼ਟਰ ਵਾਲੇ ਵੀ ਆ ਗਏ। ਜਿਹੜੇ ਹੋਰ ਮੇਰੇ ਵੀਰ ਕਿਸਾਨ ਘਰੇ ਬੈਠੇ ਨੇ ਉਹ ਵੀ ਆ ਜਾਣਗੇ।